ਕਦੇ ਫਤਿਹਗੜ੍ਹ ਸਾਹਿਬ ਤੋਂ ਦੀਪ ਸਿੱਧੂ ਉਸੇ ਹਾਲ ਦੇ ਵਿੱਚੋਂ ਬੇਬਾਕ ਬੋਲੇ ਨੇ, ਪਰ ਅੱਜ ਉੱਥੇ ਹੀ ਅੰਤਿਮ ਅਰਦਾਸ ਕੀਤੀ ਜਾਣੀ। ਸਰੀਰਕ ਤੌਰ ਤੇ ਭਾਵੇਂ ਬਾਈ ਸਾਡੇ ਵਿੱਚੋਂ ਚਲਿਆ ਗਿਆ, ਲੇਕਿਨ ਨੌਜਵਾਨੀ ਨੂੰ ਇਹੋ ਜਿਹੀ ਸੋਚ ਦੇ ਗਿਆ, ਜੇਕਰ ਇਹ ਪਹਿਰਾ ਦੇ ਸਕਣ ਤਾਂ ਕੌਮ ਬਚਾਈ ਜਾ ਸਕਦੀ ਹੈ, ਨਹੀਂ ਤਾਂ ਦਿਨੋਂ ਦਿਨ ਡਿੱਗਦੀ ਜਾ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੂਗਾ ਮੇਰੀ ਕਬਰ ਤੇ। ਇਹ ਵੀ ਸ਼ਾਇਦ ਕੋਈ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੂਗਾ ਮੇਰੀ ਕਬਰ ਤੇ। ਕਹਿੰਦਾ ਜੇ ਇੰਝ ਹੀ ਦੀਪ ਸਿੰਘ ਹਨੇਰੀ ਚੱਲਦੀ ਰਹੀ ਤਾਂ ਸਾਰੇ ਘਰਾਂ ਦੇ ਦੀਵੇ ਗੁੱਲ ਹੋ ਜਾਣਗੇ। ਦੇਖੋ ਜੀ, ਜਿਸ ਟਾਈਮ ਭਿੰਡਰਾਂ ਵਾਲਾ ਚੱਲਦਾ ਤਾਂ ਉਹਨੂੰ ਵੀ ਲੋਕ ਉਸ ਟਾਈਮ ਮਾੜਾ ਕਹਿੰਦੇ, ਤੇ ਜਿਸ ਟਾਈਮ ਉਹ ਸ਼ਹੀਦ ਹੋ ਗਿਆ ਫਿਰ ਉਹ ਯੋਧਾ ਬਣਾਤਾ। ਫਿਰ ਜਿਹੜੇ ਉਹਦੇ ਦੁਸ਼ਮਣ ਤੇ ਉਹ ਵੀ ਉਹਦੀ ਮੜੀ ਤੇ ਆ ਕੇ ਰੋ ਰੋ ਕੇ ਦਿਖਾਉਂਦੇ ਤੇ। ਠੀਕ ਹੈ ਜੀ, ਉਹੀ ਕੰਮ ਦੀਪ ਸਿੱਧੂ ਨਾਲ ਹੋਇਆ। ਦੀਪ ਸਿੱਧੂ ਸਾਰੇ ਨੌਜਵਾਨਾਂ ਦੀ ਸੋਚ ਬਦਲ ਗਿਆ। ਇੱਕ ਨੌਜਵਾਨਾਂ ਦੇ ਵਿੱਚ ਇੱਕ ਅੰਦਰ ਉਹਨੇ ਅੱਗ ਜੀ ਲਾਤੀ। ਦੀਪ ਸਿੱਧੂ ਦਾ ਵੀਰੇ ਐਕਸੀਡੈਂਟ ਨਹੀਂ ਹੋਇਆ, ਐਕਸੀਡੈਂਟ ਬਣਵਾਇਆ ਗਿਆ ਹੈ। ਅੱਛਾ। ਲੇਕਿਨ ਇਹ ਸਰਕਾਰਾਂ ਦੀਆਂ ਸਾਜ਼ਿਸ਼ਾਂ ਸਾਰੀਆਂ, ਐਕਸੀਡੈਂਟ ਯੋਧਿਆਂ ਨੂੰ ਇਸੇ ਤਰ੍ਹਾਂ ਹੀ ਖਤਮ ਕਰਕੇ ਬਾਅਦ ਵਿੱਚ ਐਕਸੀਡੈਂਟ ਬਣਾ ਦਿੱਤੇ ਜਾਂਦੇ ਆ। ਫੇਸਬੁੱਕ ਤੇ ਅਸੀਂ ਪੜ੍ਹੀਏ, ਮੁਰਦਿਆਂ ਦੇ ਸ਼ਹਿਰ ਵਿੱਚ ਮਰਦ ਆਇਆ ਸੀ, ਲੇਕਿਨ ਮੁਰਦਿਆਂ ਨੂੰ ਸਾਂਭਣ ਦੀ ਨਹੀਂ ਸੀ। ਪਹਿਲਾਂ ਉਹਨੂੰ ਗਦਾਰ ਕਹਿੰਦੇ ਰਹੇ 1.5 ਸਾਲ, ਜਦੋਂ ਉਹ ਆਪਣੀ ਕੌਮ ਦੀ ਹੱਕ ਦੀ ਗੱਲ ਕਰਦਾ ਸੀ। ਅੱਜ ਅਸੀਂ ਉਹਦੇ ਮਗਰ ਤੁਰੇ ਫਿਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ। ਪਿਛਲੇ ਦਿਨੀ ਇੱਕ ਨੌਜਵਾਨਾਂ ਦੇ ਆਗੂ ਮੰਨੇ ਜਾਂਦੇ ਕਿਸਾਨੀ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਬਾਈ ਦੀਪ ਸਿੱਧੂ ਦੀ ਇੱਕ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ। ਅੱਜ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਦੂਰੋਂ ਨੇੜਿਓਂ ਸੰਗਤ ਆਪਣੇ ਉਸ ਆਗੂ ਦੀ, ਆਪਣੇ ਇਸ ਨੌਜਵਾਨ ਨੇਤਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀ ਆ। ਦੀਪ ਸਿੱਧੂ ਹਮੇਸ਼ਾ ਗੱਲ ਕਰਦੇ ਸੀ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ। ਕੇਸਰੀ ਨਿਸ਼ਾਨ ਸਾਹਿਬ ਜਦੋਂ ਝੁਲਾਏ ਗਏ, ਦੀਪ ਸਿੱਧੂ ਨੇ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ। ਨਿਸ਼ਾਨ ਸਾਹਿਬ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਨਿਸ਼ਾਨ ਸਾਹਿਬ ਦੀ ਅਗਵਾਈ ਜ਼ਰੂਰੀ ਆ, ਪਰ ਜਿੱਥੇ ਆਪਣਿਆਂ ਨੇ ਹੀ ਦੀਪ ਸਿੱਧੂ ਨੂੰ ਗੱਦਾਰ ਦਾ ਸਰਟੀਫਿਕੇਟ ਦੇ ਦਿੱਤਾ, ਬਹੁਤ ਕੁਝ ਕਿਹਾ ਗਿਆ, ਪਰ ਦੀਪ ਸਿੱਧੂ ਆਪਣੇ ਉਸ ਬਿਆਨ ਤੇ ਅਡੋਲ ਰਹੇ। ਨਿਸ਼ਾਨ ਸਾਹਿਬ ਦੇ ਹੱਕ ਦੇ ਵਿੱਚ ਲਗਾਤਾਰ ਖੜਦੇ ਰਹੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀਆਂ ਉਦਾਹਰਨਾਂ ਦਿੰਦੇ ਰਹੇ। ਉਹਨਾਂ ਦੇ ਇੱਕ ਗੱਲ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਮੈਂ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ। ਆਪਣੇ ਭਾਸ਼ਣਾਂ ਦੇ ਵਿੱਚ ਅਕਸਰ ਇਸ ਗੱਲ ਦੀ ਜਿਹੜੀ ਆ ਜ਼ਿਕਰ ਕਰਦੇ ਰਹਿੰਦੇ ਸੀ। ਸਾਡੇ ਨਾਲ ਕੁਝ ਨੌਜਵਾਨ ਨੇ ਦੀਪ ਸਿੱਧੂ ਦੀ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ। ਬਾਈ ਜੀ ਗੁਰਵਿੰਦਰ ਜੁਗਨੀ ਸਾਡੇ ਨਾਲ ਨੇ, ਜਿਹੜੇ ਬਾਈ ਜੀ ਕੀ ਸੋਚ ਰੱਖਦੇ ਹੋ ਦੀਪ ਸਿੱਧੂ ਬਾਰੇ? ਅੱਜ ਸੰਸਾਰਕ ਯਾਤਰਾ ਪੂਰੀ ਕਰਕੇ ਜਿਹੜਾ ਦੀਪ ਜਾ ਚੁੱਕੇ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਦੀ ਪਾਰ ਕਿਰਪਾ ਸਦਕੇ ਪੂਰੇ ਫਤਿਹਗੜ੍ਹ ਸਾਹਿਬ ਟੋਟਲ ਮਲ ਦੀਵਾਨ ਦੇ ਵਿੱਚ ਅੱਜ ਉਹਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ। ਤੇ ਉਹ ਵੀਰ ਸੀ, ਸਾਡਾ ਭਰਾ ਸੀ, ਔਰ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਮੇਰਾ ਪਿਆਰ ਸੀ। ਉਹ ਜਦ ਵੀ ਉਹਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਣਾ ਤਾਂ ਜ਼ਰੂਰ ਫੋਨ ਕਰਨਾ ਵੀ ਟੱਚ 'ਚ ਰਹੋ। ਮੇਰੇ ਕੋਲ ਅੱਜ ਵੀ ਉਹਦਾ ਮੋਬਾਈਲ ਨੰਬਰ ਹੈ। ਤਾਂ ਉਹਨੇ ਜਦ ਵੀ ਇੱਥੇ ਫਤਿਹਗੜ੍ਹ ਸਾਹਿਬ ਆਉਣਾ, ਅਸੀਂ ਉਹਨੂੰ ਸਨਮਾਨ ਵੀ ਕਰਨਾ ਸਰੂਪਾ ਪਾ ਕੇ। ਅਤੇ ਜਦੋਂ ਉਹਨੇ ਆਪਣਾ ਸ਼ੰਭੂ ਬਾਰਡਰ 'ਤੇ ਲਾਇਆ, ਜਿਸ ਦਿਨ ਤੋਂ ਲਾਇਆ ਸ਼ੰਭੂ ਬਾਰਡਰ 'ਤੇ ਆਪਣਾ ਅੰਦੋਲਨ ਸ਼ੁਰੂ ਹੋਇਆ ਦੀਪ ਸਿੱਧੂ ਵੱਲੋਂ, ਅਸੀਂ ਉੱਥੇ ਵੀ ਲਗਾਤਾਰ ਇਹਦੇ ਵੀਰ ਦੇ ਨਾਲ ਦੀਪ ਸਿੱਧੂ ਦੇ ਟੱਚ ਦੇ ਵਿੱਚ ਰਹੇ। ਔਰ ਇੱਥੇ ਜਿਵੇਂ ਸੰਗਤਾਂ ਦਾ ਇੱਕ ਹੜ੍ਹ ਆਇਆ ਹੋਇਆ, ਔਰ ਇੰਨੀਆਂ ਸੰਗਤਾਂ ਜਿਵੇਂ ਵੇਖ ਕੇ ਲੱਗਦਾ ਵੀ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਆਏ ਨੇ, ਵੀ ਬਹੁਤ ਵੱਡਾ ਇੱਕ ਉਪਰਾਲਾ ਔਰ ਬਹੁਤ ਵੱਡਾ ਯੋਗਦਾਨ ਹੈ। ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਆਏ ਨੇ ਨੌਜਵਾਨ, ਦੂਰੋਂ ਨੇੜਿਓਂ ਆਏ ਨੇ। ਹੋਰ ਸੰਗਤ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਕੀ ਨਾਮ ਹੈ ਜੀ? ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਬਾਈ ਜੀ ਕਿੱਥੋਂ ਆਏ ਹੋ? ਮੈਂ ਮੋਗੇ ਤੋਂ ਜੀ, ਪਿੰਡ ਵਾਲੇ ਤੋਂ ਆਇਆ। ਬਾਈ ਕੀ ਸੋਚਦੇ ਹੋ? ਦੀਪ ਸਿੱਧੂ ਸੰਸਾਰਕ ਯਾਤਰਾ ਪੂਰੀ ਕਰਕੇ ਜਾ ਚੁੱਕੇ ਨੇ, ਅੱਜ ਅੰਤਿਮ ਅਰਦਾਸ ਹੋ ਰਹੀ ਹੈ। ਜਿੱਥੋਂ ਕਦੇ ਫਤਿਹਗੜ੍ਹ ਸਾਹਿਬ ਤੋਂ ਦੀਪ ਸਿੱਧੂ ਉਸੇ ਹਾਲ ਦੇ ਵਿੱਚੋਂ ਬੇਬਾਕ ਬੋਲੇ ਨੇ, ਪਰ ਅੱਜ ਉੱਥੇ ਹੀ ਅੰਤਿਮ ਅਰਦਾਸ ਕੀਤੀ ਜਾਣੀ। ਦੇਖੋ ਜੀ, ਮੈਂ ਇੱਕ ਗੱਲ ਸਟਾਰਟਿੰਗ ਕਰਨ ਲੱਗਾ, ਕਹਿੰਦਾ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੂਗਾ ਮੇਰੀ ਕਬਰ ਤੇ। ਇਹ ਵੀ ਸ਼ਾਇਦ ਕੋਈ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੂਗਾ ਮੇਰੀ ਕਬਰ ਤੇ। ਕਹਿੰਦਾ ਜੇ ਇੰਝ ਹੀ ਦੀਪ ਸਿੰਘ ਹਨੇਰੀ ਚੱਲਦੀ ਰਹੀ ਤਾਂ ਸਾਰੇ ਘਰਾਂ ਦੇ ਦੀਵੇ ਗੁੱਲ ਹੋ ਜਾਣਗੇ। ਠੀਕ ਹੈ ਜੀ। ਦੀਪ ਸਿੰਘ ਉਹ ਇਨਸਾਨ ਸੀ ਜੋ ਵੀਰੇ ਆਪਣੇ ਪੰਜਾਬ ਦੀ ਗੱਲ ਕਰਦਾ ਸੀ, ਪੰਜਾਬੀਅਤ ਦੀ ਗੱਲ ਕਰਦਾ ਸੀ, ਸਿੱਖ ਕੌਮ ਦੀ ਗੱਲ ਕਰਦਾ ਸੀ। ਕਿਸਾਨੀ ਸੰਘਰਸ਼ ਦੇ ਵਿੱਚ ਵੀ ਕੇਸਰੀ ਨਿਸ਼ਾਨ ਝੁਲਾਉਣ ਵਾਲਾ ਬੰਦਾ ਦੀਪ ਸਿੰਘ ਸੀ। ਬਿਲਕੁਲ ਠੀਕ ਹੈ ਜੀ। ਉਦੋਂ ਇਹਨੂੰ ਗਦਾਰ ਕਿਹਾ ਗਿਆ।
ਠੀਕ ਹੈ ਨਾ। ਉਹ ਵੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਖਿੜੇ ਮੱਥੇ ਪ੍ਰਵਾਨ ਕੀਤਾ ਦੀਪ ਨੇ। ਉਸ ਦੇ ਵਿੱਚ ਵੀ ਬਸ ਇੱਕ ਸਪੀਚਿਸ ਦੇ ਵਿੱਚ ਇੱਕ ਤਾਣਾ ਸੀ ਕਿ ਤੁਹਾਨੂੰ ਇਤਿਹਾਸ ਨਹੀਂ ਸਾਂਭਣਾ ਆਉਂਦਾ, ਪਰ ਖਿੜੇ ਮੱਥੇ ਪ੍ਰਵਾਨ ਕੀਤਾ ਗਿਆ ਉਹ ਵੀ ਦੀਪ। ਦੇਖੋ ਜਿਹੜਾ ਬੰਦਾ ਆਪਦੀ ਗੱਡੀ ਦੇ ਵਿੱਚ ਮੱਖੀ ਤੱਕ ਨਹੀਂ ਬਹਿਣ ਦਿੰਦਾ ਸੀ, ਟੂਟੀ ਦੀ ਆਪਣਾ ਟੂਟੀ ਖੋਲ ਦਿੰਦੇ ਨੇ, ਉਹਦੀ ਟਿਸ਼ੂ ਪੇਪਰ ਲਾ ਕੇ ਖੋਲਦਾ ਸੀ। ਬਿਲਕੁਲ ਠੀਕ ਹੈ, VIP ਜ਼ਿੰਦਗੀ ਸੀ ਬੰਦੇ ਦੀ। ਤੇ ਇਹ ਬੰਦਾ ਆਪਣੇ ਵਿੱਚ ਬੈਠਾ, ਟਾਟਾਂ ਦੇ ਵਿੱਚ ਬੈਠਾ, ਮਿੱਟੀ ਦੇ ਵਿੱਚ ਉਹ ਬੈਠਾ ਐ, ਤੇ ਰਾਤਾਂ ਇਹਨੇ ਕੱਟੀਆਂ ਕਿਹੜੇ ਹਿਸਾਬ ਨਾਲ ਕੱਟੀਆਂ, ਇਹਦੀਆਂ ਵੀਡੀਓ ਤੁਸੀਂ ਵਾਇਰਲ ਹੁੰਦੀਆਂ। ਹੁਣ ਦੇਖੋ ਸਿੱਖ ਕੌਮ ਆ ਨਾ, ਸਿੱਖ ਕੌਮ ਆ ਵੀਰੇ ਕਿਹੜੇ ਹਿਸਾਬ ਨਾਲ ਬਣਾਈ ਹੋਈ ਸੀ? ਸਿੱਖ ਕੌਮ ਬਣਾਈ ਹੋਈ ਸੀ ਗਰੀਬਾਂ ਮਜ਼ਲੂਮਾਂ ਦੀ ਹੈਲਪ ਕਰਨ ਵਾਸਤੇ, ਉਹਨਾਂ ਨੂੰ ਉੱਪਰ ਉਠਾਉਣ ਵਾਸਤੇ। ਠੀਕ ਹੈ ਨਾ। ਹੁਣ ਗੁਰੂ ਤੇਗ ਬਹਾਦਰ ਜੀ ਨੇ ਜਾਣੀ ਕਿ ਕਸ਼ਮੀਰ ਦੇ ਪੰਡਤ ਆਏ ਸੀਗੇ, ਉਹਨਾਂ ਨੇ ਇੱਕ ਹੀ ਗੱਲ ਕਹੀ ਸੀਗੀ ਬਈ ਸਾਨੂੰ ਸਾਡਾ ਧਰਮ ਬਦਲੀ ਕਰਦੇ ਆ, ਸਾਨੂੰ ਬਚਾਓ। ਤੇ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸੀਜ਼ ਦਿੱਤਾ ਸੀਗਾ ਵੀ ਜੇ ਤਾਂ ਤੁਸੀਂ ਵੀ ਇਹਨਾਂ ਨੂੰ ਹਿੰਦੂ ਬਣਾ ਲਓਗੇ ਤਾਂ ਧਰਮ ਅਪਣਾ ਲੈਣਗੇ, ਤੇ ਮੁਸਲਮਾਨਾਂ ਧਰਮ ਅਪਣਾ ਲੈਣਗੇ, ਤੇ ਅਸੀਂ ਵੀ ਅਪਣਾ ਲਾਂਗੇ। ਹੁਣ ਕੀ ਆ, ਹੁਣ ਵੀ ਆਪਣੇ ਤੋਂ ਉਮੀਦ ਰੱਖਦੇ ਆ, ਸਿੱਖ ਕੌਮ ਤੋਂ ਹਰ ਇੱਕ ਕੌਮ ਉਮੀਦ ਰੱਖਦੀ ਆ। ਕਰਨਾਟਕਾ ਦੇ ਵਿੱਚ ਵੀ ਇੱਕ ਕੁੜੀ ਦੀ ਵੀਡੀਓ ਬਹੁਤ ਵਾਇਰਲ ਹੋਈ ਆ, ਉਹ ਵੀ ਕਹਿੰਦੀ ਆ ਜੇ ਸਿੱਖ ਕੌਮ ਦੀ, ਸਿੱਖਾਂ ਦੀ, ਸਰਦਾਰਾਂ ਦੀਆਂ ਤੁਸੀਂ ਪਗੜੀ ਲਾ ਦੋਗੇ ਨਾ, ਤੇ ਅਸੀਂ ਆਪਦੇ ਬੁਰਕੇ ਲਾ ਦਾਂਗੀਆਂ। ਹਾਲੇ ਤੱਕ ਵੀ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦਾ ਕੀਤਾ ਹੋਇਆ ਕਾਇਮ ਵਿਸ਼ਵਾਸ ਜਿਹੜਾ ਹੈ ਹਾਲੇ ਤੱਕ ਸਿੱਖ ਕੌਮ ਦੇ ਉੱਪਰ ਬਣਿਆ ਹੋਇਆ। ਬਾਈ ਦੀਪ ਸਿੱਧੂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ, ਹੁਣ ਦੀਪ ਸਿੱਧੂ ਦੀ ਜੋ ਸੋਚ ਸੀ, ਜੋ ਨੌਜਵਾਨਾਂ ਨੂੰ ਕਹਿੰਦੇ ਸੀ ਆਪਣੇ ਭਾਸ਼ਣਾਂ ਦੇ ਵਿੱਚ, ਆਪਣੀਆਂ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਦੇ ਨਾਲ, ਹੁਣ ਕਿਤੇ ਉਹੀ ਤਾਂ ਨਹੀਂ ਕਿ ਇੱਥੇ ਹੀ ਬਸ ਖਤਮ ਹੋ ਜੂ, ਦੀਪ ਖਤਮ ਤੇ ਉਹਦੀ ਸੋਚ ਖਤਮ? ਕਿਉਂਕਿ ਅਕਸਰ ਇਲਜ਼ਾਮ ਕੌਮ ਦੇ ਉੱਪਰ ਇਹ ਲੱਗਦੇ ਨੇ ਕਿ ਕੌਮ ਭੁੱਲਦੀ ਬਹੁਤ ਛੇਤੀ ਆ, ਕੌਮ ਦੀ ਯਾਦਦਾਸ਼ਤ ਬੜੀ ਕਮਜ਼ੋਰ ਹੈ। ਨਹੀਂ, ਇੱਥੇ ਮੇਰੇ ਕੋਲੇ ਵੀਰ ਜੀ ਖੜੇ ਸੀ ਇਹੀ ਪਹਿਲਾਂ ਗੱਲ ਕਰਦੇ ਸੀਗੇ, ਇਹਨਾਂ ਟੀ-ਸ਼ਰਟਾਂ ਦੇ ਉੱਪਰ ਲਾ ਕੇ, ਝੰਡਿਆਂ ਦੇ ਉੱਪਰ ਲਾ ਕੇ, ਫੋਟੋ ਸਨੇਪਾਂ ਲਾ ਕੇ, ਕਹਿੰਦਾ ਇਹ ਬਸ ਮੇਰੇ ਹਿਸਾਬ ਨਾਲ 1-2 ਮਹੀਨੇ ਤੱਕ ਹੀ ਆ। ਸਿੱਖ ਕੌਮ ਦੀ ਇਹੀ ਤਰਸਦੀ ਰਹੀ ਆ ਵੀ ਆਪਾਂ ਭੁੱਲ ਬਹੁਤ ਛੇਤੀ ਜਾਂਦੇ ਆ ਜੀ, ਬਹੁਤ ਛੇਤੀ ਭੁੱਲ ਜਾਂਦੇ ਆ। ਸੰਤਾਂ ਦੀ ਗੱਲ ਲੈ ਲਈਏ, ਸੰਤਾਂ ਨੂੰ ਪਹਿਲਾਂ ਉਸ ਹਿਸਾਬ ਦੇ ਨਾਲ ਚਲੋ ਵਿਚਾਰ ਹੁੰਦੇ ਆ, ਹਰ ਇੱਕ ਦੇ ਮਤਭੇਦ ਹੁੰਦੇ ਆ। ਬੱਬਰਾਂ ਦੇ ਸੰਤਾਂ ਦੇ ਨਾਲ ਵਿਚਾਰ ਨਹੀਂ ਸੀ ਮਿਲਦੇ, ਬਿਲਕੁਲ ਨਹੀਂ ਮਿਲਦੇ ਸੀ। ਬੱਬਰਾਂ ਨੇ ਤਾਂ ਅਕਾਲ ਤਖਤ ਦੇ ਵਿੱਚ ਅਲੱਗ ਡੇਰਾ ਲਾਇਆ ਸੀ, ਸੰਤਾਂ ਦਾ ਡੇਰਾ ਅਲੱਗ ਸੀ, ਮਤਭੇਦ ਸੀ, ਲੇਕਿਨ ਕੀ ਸੀ? ਟੀਚਾ ਇੱਕ ਸੀ। ਟੀਚਾ ਇੱਕ ਸੀ। ਆਪਣੀ ਸਿੱਖ ਕੌਮ ਦੇ ਵਿੱਚ ਇਹੀ ਤਰ੍ਹਾਂ ਆ, ਅਲੱਗ-ਅਲੱਗ ਵਿਚਾਰ ਆ, ਪਰ ਇਹ ਸਿੱਖ ਕੌਮ ਆਪਣੀ ਇਕੱਠੀ ਨਹੀਂ ਹੋ ਸਕਦੀ। ਜਿੱਦੇ ਇਕੱਠੀ ਹੋ ਗਈ ਕਹਿੰਦਾ ਤੇ ਨੌਜਵਾਨ ਤਾਂ ਯਾਰ ਮੈਂ ਕਹਿੰਦਾ ਇੱਕ ਤਾਂ ਇੱਟ ਚੱਕੋਗੇ ਨਾ ਤੇ ਸਾਰਿਆਂ ਦਾ ਖੂਨ ਉਬਾਲੇ ਮਾਰਦਾ। ਇੱਥੇ ਨੌਜਵਾਨ ਤਿਆਰ ਬੈਠੇ ਨੇ, ਜੇਕਰ ਇੱਕ ਇਸ਼ਾਰਾ ਕਰੋਗੇ ਬਾਈ ਦਾ ਕਹਿਣਾ ਕਿ ਨੌਜਵਾਨ ਤਿਆਰ ਨੇ। ਹੋਰ ਸਾਡੇ ਨਾਲ ਸੰਗਤ ਜਿਹੜੀ ਆ ਜੁੜੀ ਹੋਈ ਆ। ਬਾਈ ਕਿੱਥੋਂ ਆਏ ਹੋ? ਵੀਰ ਜੀ ਮੈਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ। ਬਾਈ ਕਦੋਂ ਸੀ? ਕਿਉਂਕਿ ਡੇਰਾ ਬਾਬਾ ਨਾਨਕ ਦੂਜੇ ਪਾਸੇ ਪੈ ਜਾਂਦਾ ਹੈ, ਤੁਸੀਂ ਬੜੀ ਦੂਰ ਆਏ ਹੋ, ਕਦੋਂ ਚੱਲੇ ਸੀ ਡੇਰਾ ਬਾਬਾ? ਵੀਰ ਜੀ ਮੈਂ ਕੱਲ 3 ਵਜੇ ਚੱਲਿਆ ਸੀ ਆਪਣੇ ਪਿੰਡ ਤੋਂ। ਸਵੇਰੇ? ਹਾਂਜੀ, ਨਹੀਂ ਸ਼ਾਮ ਨੂੰ। ਹਾਂਜੀ, ਤੇ ਮੈਂ ਰਾਤ 9 ਵਜੇ ਪਹੁੰਚ ਗਿਆ ਇੱਥੇ ਜੀ। ਹਾਂਜੀ। ਤੇ ਬਾਈ ਇੰਨੀ ਦੂਰ ਤੋਂ ਆਏ ਹੋ, ਦੀਪ ਤੋਂ ਪ੍ਰਭਾਵਿਤ ਸੀ, ਓਬਵੀਅਸ ਗੱਲ ਆ ਕਿ ਤਾਂ ਆਏ ਹੋ। ਕਿਸ ਤਰ੍ਹਾਂ ਦੇਖਦੇ ਹੋ ਦੀਪ ਸਿੱਧੂ ਦੇ ਜਗਾਏ ਹੋਏ ਉਸ ਦੀਵੇ ਨੂੰ, ਦੀਪ ਸਿੱਧੂ ਦੀ ਸੋਚ ਨੂੰ? ਵੀਰ ਜੀ ਬਹੁਤ ਵਧੀਆ ਕੰਮ ਕਰਨ ਡਿਆ ਸੀ ਉਹ, ਪਰ ਸਰਕਾਰ ਨੇ ਜਿਹੜਾ ਉਹਨੂੰ ਸ਼ਹੀਦ ਕਰ ਦਿੱਤਾ। ਪਰ ਉਹਦੀ ਸੋਚ ਆਪਣੇ ਹੱਥ ਵਾਸਿਆ, ਸਾਨੂੰ ਉਹਦੀ ਸੋਚ ਨੂੰ ਨਹੀਂ ਮਰਨ ਦੇਣਾ ਚਾਹੀਦਾ, ਉਹਦੀ ਸੋਚ ਸਾਂਭ ਕੇ ਰੱਖਣੀ ਚਾਹੀਦੀ। ਮੁਲਾਕਾਤ ਹੋਈ ਕਦੇ ਦੀਪ ਦੇ ਨਾਲ, ਕਦੇ ਮਿਲੇ ਹੋ? ਹਾਂਜੀ ਵੀਰ ਜੀ, ਮੈਂ ਕਿਸਾਨੀ ਅੰਦੋਲਨ ਦੇ ਵਿੱਚ ਮਿਲਿਆ ਸੀ 25 ਜਨਵਰੀ ਨੂੰ, 26 ਤੋਂ ਇੱਕ ਦਿਨ ਪਹਿਲਾਂ। ਅੱਛਾ। ਰਾਤ ਨੂੰ ਮਿਲਿਆ ਸੀ ਵੀਰ ਨੂੰ ਉੱਥੇ, ਤੇ ਵੀਰ ਦੇ ਤੰਬੂ 'ਚ ਵੀ ਆਪਾਂ ਗਏ ਹਾਂ, ਉੱਥੇ ਵੀਰ ਨੂੰ ਮਿਲੇ ਆਪਾਂ। ਤੇ ਦੇਖੋ ਦੀਪ ਸਿੱਧੂ ਦੀ ਕਮਾਈ ਦੇਖੋ, ਦੀਪ ਸਿੱਧੂ ਦਾ ਕੀਤਾ ਹੋਇਆ ਸੰਘਰਸ਼ ਦੇਖੋ। ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਸਾਹਿਬ ਅੰਤਿਮ ਰਸਮਾਂ ਦੇ ਵਿੱਚ ਜਿਹੜੇ ਨੌਜਵਾਨ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ, ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਬਾਈ ਕੁਝ ਸਾਡੇ ਨਾਲ ਹੋਰ ਸੱਜਣ ਮੌਜੂਦ ਨੇ। ਬਾਈ ਜੀ, ਕਿਸਾਨ ਯੂਨੀਅਨ ਦੇ ਨਾਲ ਸੰਬੰਧਿਤ ਤੋਂ, ਕਿਸਾਨੀ ਦਾ ਬਿੱਲਾ ਵੀ ਆ, ਕੀ ਕਹਿੰਦੇ ਹੋ? ਅੱਜ ਕਿਸਾਨ ਯੂਨੀਅਨਾਂ ਵੀ ਦੀਪ ਸਿੱਧੂ ਦੇ ਅੰਤਿਮ ਅਰਦਾਸ ਦੇ ਵਿੱਚ ਨੇ। ਦੀਪ ਸਿੱਧੂ ਨੇ ਸਾਡੇ ਜਿਹੜਾ ਦਿੱਲੀ 'ਚ ਜਾਬਰ ਸਰਕਾਰ, ਮੋਦੀ ਸਰਕਾਰ ਨੇ ਸਾਡੇ ਤੇ ਕਾਲੇ ਕਾਨੂੰਨ ਲਿਆਂਦੇ, ਉਹਨਾਂ ਨੂੰ ਰੱਦ ਕਰਾਉਣ ਦੇ ਲਈ ਕਿਸਾਨ ਅੰਦੋਲਨ 'ਚ ਬਹੁਤ ਵੱਡਾ ਯੋਗਦਾਨ ਪਾਇਆ। ਪਰ ਯੋਗਦਾਨ ਪਾਇਆ ਤੁਸੀਂ ਕਹਿ ਰਹੇ ਹੋ, ਪਰ ਦੀਪ ਸਿੱਧੂ ਦੇ ਜਿਹੜੇ ਗਿਲੇ ਸ਼ਿਕਵੇ ਸੀ ਕਿਸਾਨ ਯੂਨੀਅਨ ਦੇ ਨਾਲ ਸ਼ੁਰੂ ਤੋਂ ਹੀ ਰਹਿੰਦੇ ਸੀ। 26 ਜਨਵਰੀ ਦੀ ਘਟਨਾ ਹੋ ਜਾਂਦੀ ਹੈ, ਲਾਲ ਕਿਲੇ ਤੇ ਕੇਸਰੀ ਨਿਸ਼ਾਨ ਜਿਹੜੇ ਨੇ ਝੁਲਾਏ ਜਾਂਦੇ ਨੇ। ਸਿੰਘੂ ਬਾਰਡਰ ਦੀ ਉਸ ਇਤਿਹਾਸਕ ਸਟੇਜ ਤੋਂ ਦੀਪ ਸਿੱਧੂ ਮੁਰਦਾਬਾਦ ਦੇ ਨਾਰੇ, ਏਜੰਸੀਆਂ ਦੇ ਯਾਰ ਮੁਰਦਾਬਾਦ ਦੇ ਨਾਰੇ ਤੱਕ ਲਗਾਏ ਜਾਂਦੇ ਨੇ। ਦੀਪ ਸਿੱਧੂ ਦੀ ਕਹਿ ਲਈਏ ਕਿ ਕਦੇ ਬਣੀ ਨਹੀਂ ਹੈ ਕਿਸਾਨ ਯੂਨੀਅਨਾਂ ਦੇ ਨਾਲ। ਉਹ ਤਾਂ ਇਨਸਾਨ ਦਾ ਆਪਣਾ ਸੁਭਾਅ ਹੁੰਦਾ ਹੈ। ਕਿਸਾਨ ਯੂਨੀਅਨ ਦੀ ਆਪਣੀ ਅੱਡ ਸੋਚ ਸੀ, ਦੀਪ ਸਿੱਧੂ ਦੀ ਆਪਣੀ ਅੱਡ ਸੋਚ ਸੀ। ਜਿਵੇਂ ਨੌਜਵਾਨਾਂ ਦੇ ਵਿੱਚ ਆਪਣੀ ਸੋਚ। ਜੀ ਆ ਜਾਓ ਜੀ ਬਾਈ। ਅਸਲ ਤੇ ਬਾਈ ਜੀ ਗੱਲ ਇਹ ਆ, ਜਿਹੜੇ ਸਾਡੇ ਯੂਨੀਅਨਾਂ ਦੇ ਪ੍ਰਧਾਨ ਬਣੇ ਨੇ ਨਾ, ਉਹ ਸਾਫ਼ ਦਿਲੋਂ ਚੱਲੇ ਹੀ ਨਹੀਂ ਸਾਡੇ ਨਾਲ।
ਕਾਰਨ ਕੀ ਦੇਖਦੇ ਹੋ ਕਾਰਨ ਤਾਂ ਕਿ ਇਹ ਤਾਂ- ਕਿਉਂਕਿ ਦੀਪ ਸਿੱਧੂ ਸ਼ੁਰੂ ਤੋਂ ਹੀ ਇੱਕ ਆਵਾਜ਼ ਬਣ ਚੁੱਕਿਆ ਸੀ, ਨੌਜਵਾਨਾਂ ਦੀ ਆਵਾਜ਼ ਬਣ ਚੁੱਕਿਆ ਸੀ, ਫਿਰ ਕਾਰਨ ਕੀ ਦੇਖਦੇ ਹੋ ਕਿ ਯੂਨੀਅਨਾਂ ਦੇ ਪ੍ਰਧਾਨ ਹੀ ਨਹੀਂ ਚੱਲੇ ਹਨ? ਗੱਲ ਇਹ ਹੈ ਮਹਾਰਾਜ, ਉਹਨਾਂ ਨੂੰ ਕੋਈ ਪਸੰਦ ਤਾਂ ਨਹੀਂ ਤਾਂ ਕਰਦਾ ਯਾਰ, ਉਹ ਸਾਫ਼ ਦਿਲੋਂ ਚੱਲਦੇ ਤੇ ਬਾਕੀ ਸਭ ਉੱਥੇ ਮੇਰੇ ਨਾਲ ਬੈਠਣ ਜਿਹੜੇ ਪ੍ਰਧਾਨ ਨੇ, ਮੈਂ ਖੁਦ ਪ੍ਰਧਾਨ ਹਾਂ ਸਿੱਧੂਪੁਰ ਦਾ, ਬਿਲਕੁਲ। ਮੇਰੇ ਨਾਲ ਬੈਠਣ। ਅੱਜ ਕੋਈ ਪ੍ਰਧਾਨ ਮਰ ਜਾਂਦਾ, ਕੋਈ ਐਡਾ ਇਕੱਠ ਦਿਖਾਵੇ ਕਿਸੇ ਦੇ ਆਉਂਦਾ ਭੋਗ ਤੇ? ਕਿਸੇ ਤੇ ਵੀ ਨਹੀਂ ਆਉਣਾ। ਕਾਰਨ ਕਿ ਇੱਕ ਸੋਚ ਦੀ, ਉਹ ਸੱਚੀ ਸੋਚ ਨਾਲ ਚੱਲਦਾ ਤਾ। ਇਹ ਲੋਕ ਤੇ ਜਿਹੜੇ ਇਹ ਆਪਣੀ ਸਿਆਸਤ ਚਮਕਾ ਰਹੇ ਤੇ ਉੱਥੇ ਜਾ ਕੇ, ਠੀਕ ਹੈ, ਉਹਨੂੰ ਮੇਨ ਸਟੇਜ ਤੱਕ ਜਾਣ ਨਹੀਂ ਤਾਂ ਦਿੰਦੇ ਉਹਨੂੰ। ਨਹੀਂ ਦੇ ਬਿਲਕੁਲ। ਉਹ ਕਾਰਨ ਇਹੀ ਤਾਂ ਵੀ ਜੇ ਉਹ ਜਾਂਦਾ ਤਾਂ ਉਹ ਸਾਂਭ ਲੈਂਦਾ। ਬਾਈ ਜੀ ਤੁਸੀਂ ਯੂਨੀਅਨ ਦੇ ਨਾਲ ਜੁੜੇ ਹੋਏ ਹੋ, ਸਿੱਧੂਪੁਰ ਯੂਨੀਅਨ ਦੇ ਨਾਲ, ਪਰ ਫਿਰ ਵੀ ਜਿਹੜਾ ਆਪਣੇ ਪ੍ਰਧਾਨਾਂ ਦੇ ਹੀ ਸਵਾਲ ਚੱਕ ਰਹੇ ਹੋ ਕਿ ਉਹ ਸੱਚੇ ਦਿਲੋਂ ਨਹੀਂ ਚੱਲੇ ਹੈ, ਦੀਪ ਸਿੱਧੂ ਨੂੰ ਸਮਝ ਨਹੀਂ ਸਕੇ ਹੈ। ਬਈ ਜੀ ਗੱਲ ਇਹ ਆ, ਇੱਕ ਬੰਦਾ ਕਰੋੜਾਂ ਦਾ ਮਾਲਕ ਹੈ ਯਾਰ, ਉਹਨੂੰ ਕੀ ਲੋੜ ਪੈ ਗਈ ਸਾਡੇ ਪਿੱਛੇ ਮਰਨ ਦੀ? ਬਿਲਕੁਲ। ਕਿਉਂ ਆਪਣਾ ਘਰ ਛੱਡ ਕੇ ਆ ਗਿਆ ਉਹ ਸਾਡੇ ਹੱਕਾਂ ਵਾਸਤੇ ਜੂਝਦਾ ਰਿਹਾ, ਠੀਕ ਹੈ। ਸਾਡੀਆਂ ਜਿਨ੍ਹਾਂ ਨੇ ਉਹਦਾ ਕਿੱਡਾ ਸਾਥ ਦਿੱਤਾ, ਕਿਆ ਉਹਦੇ ਕਿਤੇ ਭਲੇ ਜਿੱਦਣ ਤੇ ਉਹਨੇ ਧਰਨਾ ਲਾਇਆ ਤਾਂ ਸ਼ੰਭੂ ਬਾਰਡਰ ਤੇ, ਕੋਈ ਹੋਰ ਕੋਈ ਯੂਨੀਅਨ ਨੇ ਲਾਤਾ ਤਾਂ ਪਹਿਲਾਂ ਜਾ ਕੇ ਇੱਥੇ ਪੰਜਾਬ 'ਚ ਫਿਰਦੇ ਤੇ ਗੇੜੇ ਕੱਢਦੇ। ਉਹ ਬੰਦਾ ਇਕੱਲਾ ਬੈਠਾ ਤਾਂ ਉਹਦੇ ਨਾਲ ਕਿੰਨਾ ਇਕੱਠ ਹੁੰਦਾ ਤਾਂ। ਜਿਹੜੇ ਬੰਦੇ ਦੀ ਐਡੀ ਕੁਰਬਾਨੀ ਤੀ, ਜਿਹਨੇ ਸਾਨੂੰ ਉੱਥੇ ਜਾਂਦਿਆਂ ਨੂੰ ਸਾਡਾ ਨਾਂ ਪੰਜਾਬ ਦਾ ਚੱਲਣ ਲਾਤਾ ਤਾਂ ਬਾਰਡਰ ਤੇ ਬਹਿ ਕੇ, ਸਾਰੇ ਪੰਜਾਬ ਦਾ ਨਾਂ ਚੱਲਣ ਲਾਤਾ, ਉਸ ਬੰਦੇ ਨੂੰ ਅੱਜ, ਠੀਕ ਹੈ ਜੀ, ਉਹਦੀ ਇੰਨੀ ਕੁ ਬੇਹੁਰਮਤੀ ਕਰਤੀ ਤੀ ਜਾ ਕੇ ਸਟੇਜਾਂ ਤੇ ਬੋਲ ਕੇ ਵੀ ਉਹ ਬੰਦਾ ਜ਼ੀਰੋ ਕਰਤਾ। ਪਰ ਬਾਈ ਦੀਪ ਸਿੱਧੂ ਦੇ ਨਾਲ ਪਹਿਲਾਂ ਜੋ ਸੀਗੇ ਨੌਜਵਾਨ ਵੀ ਦੀਪ ਸਿੱਧੂ ਦੇ ਨਾਲ ਲੱਗਦੇ ਸੀ, ਯੂਨੀਅਨ ਦੇ ਖਿਲਾਫ ਚੱਲਦੇ ਸੀ, ਤੁਹਾਨੂੰ ਪਤਾ ਹੈ ਨਾ। ਜਦੋਂ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਹੈ, ਹਾਦਸਾ ਹੋ ਜਾਂਦਾ, ਪਰ ਦੁੱਖ ਦਾ ਪ੍ਰਗਟਾਵਾ ਤਾਂ ਕਈਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਕਿ ਦੀਪ ਦੀ ਮੌਤ ਦਾ ਸਭ ਤੋਂ ਵੱਡਾ ਦੁੱਖ ਸਾਨੂੰ ਹੀ ਹੈਗਾ। ਫਿਰ ਇਹਨੂੰ ਕੀ ਸਮਝੀਏ? ਦੇਖੋ ਜੀ, ਜਿਸ ਟਾਈਮ ਭਿੰਡਰਾਂ ਵਾਲਾ ਚੱਲਦਾ ਤਾਂ ਉਹਨੂੰ ਵੀ ਲੋਕ ਉਸ ਟਾਈਮ ਮਾੜਾ ਕਹਿੰਦੇ ਤੇ ਜਿਸ ਟਾਈਮ ਉਹ ਸ਼ਹੀਦ ਹੋ ਗਿਆ ਫਿਰ ਉਹ ਯੋਧਾ ਬਣਾਤਾ। ਫਿਰ ਜਿਹੜੇ ਉਹਦੇ ਦੁਸ਼ਮਣ ਤੇ ਉਹ ਵੀ ਉਹਦੀ ਮੜੀ ਤੇ ਆ ਕੇ ਰੋ ਕੇ ਦਿਖਾਉਂਦੇ ਤੇ। ਬਿਲਕੁਲ ਠੀਕ ਹੈ ਜੀ, ਉਹੀ ਕੰਮ ਦੀਪ ਸਿੱਧੂ ਨਾਲ ਹੋਇਆ। ਉਹੀ ਕੰਮ ਦੀਪ ਸਿੱਧੂ ਨਾਲ ਹੋਇਆ। ਕਿਤੇ ਨਾ ਕਿਤੇ ਦੀਪ ਸਿੱਧੂ ਅਕਸਰ ਕਹਿੰਦਾ ਸੀ ਕਿ ਤੁਹਾਨੂੰ ਇਤਿਹਾਸ ਸਿਰਜਣਾ ਬੇਸ਼ੱਕ ਆਉਂਦਾ, ਤੁਸੀਂ ਇਤਿਹਾਸ ਸਮਝ ਨਹੀਂ ਸਕਦੇ, ਤੁਸੀਂ ਬਰਸੀਆਂ ਤੇ ਇਕੱਠੇ ਹੋਣ ਜੋਗੇ ਹੋ। ਕਿਤੇ ਨਾ ਕਿਤੇ ਬਾਈ ਦਾ ਕਹਿਣਾ, ਉਹ ਬੋਲ ਦੀਪ ਸਿੱਧੂ ਦੇ ਅੱਜ ਸੱਚੇ ਹੁੰਦੇ ਦਿਖ ਰਹੇ ਨੇ। ਬਰਸੀਆਂ ਜੀ ਜੀ ਅੱਜ ਉਹਦੇ ਭੋਗ ਤੇ ਪ੍ਰਣ ਕਰਕੇ ਜਾਣ ਵੀ ਉਹਦੀ ਸੋਚ ਤੇ ਚੱਲਦੇ ਆ, ਸੋਚ ਤੇ ਚੱਲਾਂਗੇ, ਉਹਦੀ ਸੋਚ ਤੇ ਚੱਲਣ ਦਾ ਪ੍ਰਣ ਕਰਨ ਜਿੰਨੀ ਦੁਨੀਆ ਰਹੀ ਹੈ। ਵੀਰ ਜੀ ਇੱਕ ਹੀ ਸੀ, ਜਿਵੇਂ ਵੀਰ ਜੀ ਨੇ ਗੱਲ ਕੀਤੀ ਹੈ ਨਾ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਵੀ, ਉਹਨਾਂ ਵੀ ਆਨੰਦਪੁਰ ਦਾ ਮਤਾ ਸੀ। ਆਨੰਦਪੁਰ ਦਾ ਮਤਾ ਦੇਖਾਂਗੇ ਨਾ, ਉਹਦੇ ਵਿੱਚ ਜਿਹੜੇ ਹੁਣ ਆਪਣੇ ਕਿਸਾਨ ਆਗੂ ਮੁੱਦੇ ਚੱਕ ਰਹੇ ਆ ਨੇ, ਉਹ ਟੋਟਲ ਸਾਰੇ ਉਹਦੇ ਵਿੱਚ ਸੀ, ਉਹ ਹੁਣ ਚੱਕੇ ਸੀ, ਉਹਨਾਂ ਦੇ ਪਿੱਛੇ ਕੋਈ ਲੱਗਾ ਨਹੀਂ। ਜਿਵੇਂ ਹੁਣ ਵੀਰ ਜੀ ਕਹਿ ਰਹੇ ਆ, ਬਾਅਦ ਚ ਬਰਸੀਆਂ ਮਨਾਉਣ ਜੋਗੇ ਆ, ਹੋਰ ਕਿ ਜੋਗੇ ਨਹੀਂ ਗੇ। ਬਿਲਕੁਲ ਦੀਪ ਸਿੱਧੂ ਅਕਸਰ ਕਹਿੰਦੇ ਸੀ ਕਿ ਕੌਮ ਬਰਸੀਆਂ ਤੇ ਇਕੱਠੇ ਹੋ ਜਾਂਦੀ ਆ, ਜਦੋਂ ਨਿਸ਼ਾਨ ਸਾਹਿਬ ਝੁਲਾ ਕੇ ਇਤਿਹਾਸ ਲਿਖੇ ਜਾਂਦੇ ਨੇ, ਇਤਿਹਾਸ ਸਿਰਜੇ ਜਾਂਦੇ ਨੇ, ਉਸ ਸਮੇਂ ਜਿਹੜਾ ਗਦਾਰ ਤੱਕ ਦੇ ਸਰਟੀਫਿਕੇਟ ਦੇ ਦਿੱਤੇ ਜਾਂਦੇ ਨੇ। ਸੰਗਤ ਦੀਵਾਨ ਟੋਡਰਮੱਲ ਹਾਲਤੇ ਨੂੰ ਜਿਹੜਾ ਰਸਤਾ ਜਾ ਰਿਹਾ ਹੈ, ਉੱਥੇ ਨੂੰ ਸੰਗਤ ਦਾ ਆਉਣਾ ਜਾਣਾ ਲੱਗਿਆ ਹੋਇਆ। ਭਾਰੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਪਹੁੰਚੀ ਆ। ਤੁਸੀਂ ਦੇਖੋ ਲੰਗਰ ਜਿਹੜੇ ਨੇ, ਚਾਹਾਂ ਦੇ ਲੰਗਰ ਜਿਹੜੇ ਨੇ ਦੀਪ ਸਿੱਧੂ ਦੀ ਯਾਦ ਦੇ ਵਿੱਚ ਲਗਾਏ ਗਏ ਨੇ ਨੌਜਵਾਨਾਂ ਵੱਲੋਂ। 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਪੋਸਟਰ ਜਿਹੜੇ ਨੇ ਦੀਪ ਸਿੱਧੂ ਦੇ ਨਾਲ ਲਗਾਏ ਗਏ ਨੇ। ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਦੀਵਾਨ ਟੋਡਰਮੱਲ ਹਾਲ ਦੇ ਵਿੱਚ। ਅੱਜ ਅੰਤਿਮ ਰਸਮਾਂ ਜਿਹੜੀਆਂ ਨੇ, ਅੰਤਿਮ ਵਿਦਾਈ ਜਿਹੜੀ ਆ ਦੀਪ ਸਿੱਧੂ ਨੂੰ ਅੰਤਿਮ ਅਰਦਾਸ ਕੀਤੀ ਜਾ ਰਹੀ ਆ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿੰਦੇ ਹੋ ਕਿ ਇੱਕ ਉਹ ਆਗੂ ਜਿਹੜਾ ਬੇਬਾਕ ਹੋ ਕੇ ਬੋਲਦਾ ਸੀ, ਬੇਖੌਫ ਹੋ ਕੇ ਬੋਲਦਾ ਸੀ, ਉਸ ਦੀਆਂ ਅੱਜ ਅੰਤਿਮ ਅਰਦਾਸ ਜਿਹੜੀ, ਅੰਤਿਮ ਰਸਮਾਂ ਜਿਹੜੀਆਂ ਨੇ ਨਿਭਾਈਆਂ ਜਾ ਰਹੀਆਂ ਨੇ? ਬਹੁਤ ਜ਼ਿਆਦਾ ਸੰਗਤਾਂ 'ਚ ਭਾਰੀ ਰੋਸ ਹੈ ਜੀ, ਕਿਉਂਕਿ ਦੀਪ ਸਿੱਧੂ ਨੇ ਕਿਸਾਨ ਯੂਨੀਅਨ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਤੇ ਆਪਣੀ ਜਿੰਦ ਜਾਨ ਵੀ ਉੱਥੇ ਕਿਸਾਨ ਮੋਰਚੇ ਦੇ ਵਿੱਚ ਲਾ ਦਿੱਤੀ। ਸਾਰੇ ਕਿਸਾਨ ਵੀਰਾਂ ਨੂੰ ਵੀ, ਸਿੱਖ ਕੌਮ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਭਾਈ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੋ। ਕਿੱਥੋਂ ਆਏ ਹੋ ਬਾਈ ਜੀ ਤੁਸੀਂ? ਅਸੀਂ ਪਿੰਡ ਪੰਜੋਲਾ, ਜ਼ਿਲ੍ਹਾ ਤਹਿਸੀਲ ਪਟਿਆਲਾ ਜੀ। ਪਟਿਆਲੇ ਤੋਂ ਆਏ ਹੋ। ਸੋ ਪਟਿਆਲੇ ਤੋਂ ਸੰਗਤ ਪਹੁੰਚੀ ਹੋਈ ਆ, ਹੋਰ ਬਹੁਤ ਦੂਰੋਂ ਨੇੜਿਓਂ ਸੰਗਤ ਆਪਣੇ ਉਸ ਆਗੂ ਨੂੰ, ਆਪਣੇ ਉਸ ਨੌਜਵਾਨ ਦੋਸਤ ਨੂੰ, ਆਪਣੇ ਭਰਾ ਨੂੰ ਜਿਹੜੀ ਆ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ। ਆਵਾਜ਼ ਇੱਕ ਆ ਕਿ ਦੀਪ ਸਿੱਧੂ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ, ਪਰ ਦੀਪ ਸਿੱਧੂ ਦੀ ਸੋਚ ਜਿਹੜੀ ਆ ਕਿਤੇ ਨਾ ਕਿਤੇ ਸਾਹਮਣੀ ਪਊਗੀ। ਨੌਜਵਾਨਾਂ ਨੂੰ ਇਕੱਠੇ ਹੋਣਾ ਪਊਗਾ। ਹੋਰ ਸਾਨੂੰ ਕੁਝ ਬੈਨਰ ਲਈ ਜਿਹੜੇ ਨੌਜਵਾਨ ਨੇ ਸਾਨੂੰ ਮਿਲ ਰਹੇ ਨੇ, ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਬਾਈ ਜੀ,
ਕਿੱਥੋਂ ਆਏ ਹੋ ਤੁਸੀਂ? ਡੇਲੋ ਪਿੰਡ ਤੋਂ ਜੀ। ਡੇਲੋਂ। ਹਾਂਜੀ। ਬਾਈ ਬੜੀ ਵਧੀਆ ਗੱਲ ਲਿਖੀ ਹੋਈ ਆ, ਦੀਪ ਸਿੱਧੂ ਦੀ ਯਾਦ ਦੇ ਵਿੱਚ ਪੰਜਾਬੀ ਟੈਟੂ ਫ੍ਰੀ। ਕੀ ਕਾਰਨ ਹੋ ਗਿਆ ਕਿ ਇਸ ਤਰ੍ਹਾਂ ਤੁਹਾਨੂੰ ਹੁਣ ਲਿਖਿਆ ਹੋਇਆ ਤੁਸੀਂ? ਦੀਪ ਸਿੱਧੂ ਦੀ ਵੀਰੇ ਆਪਦੀ ਦਿਲ ਦੇ ਵਿੱਚ ਉਹਦੇ ਲਈ ਪਿਆਰ ਆ, ਉਹਦੇ ਲਈ ਅਸੀਂ ਇਹ ਚੀਜ਼ ਕੀਤੀ ਆ ਜੀ। ਹਾਂਜੀ। ਕੀ ਦੇਖਦੇ ਹੋ ਦੀਪ ਸਿੱਧੂ ਦੀ ਸੋਚ ਨੂੰ? ਬੇਸ਼ੱਕ ਕਹਿੰਦੇ ਕਿ ਸਰੀਰਕ ਤੌਰ ਤੇ ਨਹੀਂ, ਦੀਪ ਸਿੱਧੂ ਦੀ ਸੋਚ ਬਾਰੇ ਕੀ ਸੋਚ ਰੱਖਦਾ ਅੱਜ ਦਾ ਨੌਜਵਾਨ? ਦੀਪ ਸਿੱਧੂ ਸਾਰੇ ਨੌਜਵਾਨਾਂ ਦੀ ਸੋਚ ਬਦਲ ਗਿਆ। ਇੱਕ ਨੌਜਵਾਨਾਂ ਦੇ ਵਿੱਚ ਇੱਕ ਅੰਦਰ ਉਹਨੇ ਅੱਗ ਜੀ ਲਾਤੀ, ਜਿਹਦੇ ਲਈ ਆਪਣੇ ਸਾਰੇ ਨੌਜਵਾਨ ਇੱਥੇ ਇਕੱਠੇ ਹੁੰਦੇ ਨੇ ਜੀ। ਠੀਕ ਆ ਜੀ, ਇਸ ਲਈ ਸਾਡੇ ਦਿਲ ਦੇ ਵਿੱਚ ਉਹਦੇ ਲਈ ਪਿਆਰ ਆ, ਅਸੀਂ ਤਾਂ ਆਹ ਚੀਜ਼ ਕੀਤੀ ਹੈ ਜੀ। ਨੌਜਵਾਨਾਂ ਦੇ ਦਿਲਾਂ ਦੇ ਵਿੱਚ ਅੱਗ ਲਗਾ ਦਿੱਤੀ ਆ। ਹੋਰ ਇੱਕ ਸਾਡੇ ਨਾਲ ਸਿੰਘ ਸਾਹਿਬ ਨੇ। ਬਾਬਾ ਜੀ ਇੰਨਾ ਨਹੀਂ ਬੋਲਣਾ ਨਹੀਂ ਆਉਂਦਾ ਹੈਗਾ ਜੀ, ਕੋਈ ਗੱਲ ਨਹੀਂ। ਸੋ ਦੀਪ ਸਿੱਧੂ ਨੇ ਬਾਰੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸ਼ਰਧਾਂਜਲੀ ਜਿਹੜੀ ਆ ਦਿੱਤੀ ਜਾ ਰਹੀ ਆ। ਟੈਟੂ ਤੱਕ ਵੀ ਫ੍ਰੀ ਦਾ ਹੋਕਾ ਦਿੱਤਾ ਜਾ ਰਿਹਾ ਕਿ ਦੀਪ ਸਿੱਧੂ ਦੀ ਯਾਦ ਦੇ ਵਿੱਚ ਜੇ ਕੋਈ ਟੈਟੂ ਬਣਾਉਣਾ ਚਾਹੁੰਦਾ ਉਹ ਵੀ ਫ੍ਰੀ ਬਣਾਏ ਜਾਣਗੇ। ਲੰਗਰ ਪ੍ਰਸ਼ਾਦੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਕੀਤੇ ਹੋਏ ਨੇ, ਲੰਗਰ ਚੱਲ ਰਹੇ ਨੇ, ਤੁਸੀਂ ਇਸ ਪਾਸੇ ਦੇਖ ਸਕਦੇ ਹੋ। ਸੰਗਤ ਦੂਰੋਂ ਨੇੜਿਓਂ ਪਹੁੰਚ ਰਹੀ ਆ, ਸੰਗਤ ਲੰਗਰ ਪ੍ਰਸ਼ਾਦੇ ਛਕ ਰਹੀ ਆ। ਆਵਾਜ਼ ਇੱਕ ਆ ਕਿ ਦੀਪ ਸਿੱਧੂ ਦੀ ਬੇਸ਼ੱਕ ਸਰੀਰਕ ਤੌਰ ਤੇ ਮੌਤ ਹੋ ਚੁੱਕੀ ਹੈ, ਪਰ ਦੀਪ ਸਿੱਧੂ ਦੀਆਂ ਜਿਹੜੀ ਸੋਚ ਆ, ਦੀਪ ਸਿੱਧੂ ਜੋ ਅਕਸਰ ਆਪਣੇ ਭਾਸ਼ਣਾਂ ਦੇ ਵਿੱਚ ਕਹਿੰਦੇ ਹੁੰਦੇ ਸੀ, ਉਹਨਾਂ ਨੂੰ ਬਚਾਉਣ ਦੀ ਜ਼ਰੂਰਤ ਆ। ਬਾਈ ਕਿੱਥੋਂ ਆਏ ਵੀਰੇ? ਵੀਰੇ ਸੇ ਪਿੰਡ ਦਾ। ਸੇ, ਜ਼ਿਲ੍ਹਾ ਕਿਹੜਾ? ਲੁਧਿਆਣਾ। ਲੁਧਿਆਣਾ। ਹਾਂਜੀ। ਬਾਈ ਕੀ ਦੇਖਦੇ ਹੋ ਕਿ ਦੀਪ ਸਿੱਧੂ ਸਰੀਰਕ ਤੌਰ ਤੇ ਨਹੀਂ, ਪਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਿਕਲ ਗਏ? ਹਾਂਜੀ ਵੀਰੇ, ਬਹੁਤ ਜ਼ਿਆਦਾ ਇਕੱਠ ਆ ਤੇ ਬਹੁਤ ਲੰਗਰ ਵੀ ਲੱਗੇ ਹੋਏ ਆ। ਬਹੁਤ ਵਧੀਆ ਲੱਗ ਰਿਹਾ ਦੇਖ ਕੇ ਕਿ ਅੱਜ ਵੀ ਆਪਣੇ ਲੋਕ ਇਹ ਸੋਚ ਨੂੰ ਜਿੰਦਾ ਰੱਖਣਾ ਚਾਹੁੰਦੇ ਆ ਤੇ ਬਹੁਤ ਵਧੀਆ ਲੱਗਿਆ। ਦੀਪ ਸਿੱਧੂ ਦੇ ਸਵਾਲ ਵੀ ਬੜੇ ਚੱਕੇ ਜਾਂਦੇ ਸੀ ਜਦੋਂ ਸਰੀਰਕ ਤੌਰ ਤੇ ਸਾਡੇ ਵਿੱਚ ਮੌਜੂਦ ਸੀ। ਸਵਾਲ ਬੜੇ ਚੱਕੇ ਜਾਂਦੇ ਸੀ। ਉਸ ਸਮੇਂ ਕੀ ਸੋਚਦੇ ਸੀ ਕਿ ਜਿਹੜੇ ਸਵਾਲ ਚੱਕੇ ਜਾਂਦੇ ਨੇ ਕਿ ਗਲਤ ਹੋ ਰਿਹਾ ਜਾਂ ਉਹ ਸਹੀ ਹੋ ਰਿਹਾ? ਉਹ ਵੀਰੇ ਆਪਣੀ ਆਪਣੀ ਥਿੰਕਿੰਗ ਆ। ਕੋਈ ਅਜੇ ਵੀ ਬਹੁਤ ਲੋਕ ਖਿਲਾਫ ਹੋਣਗੇ, ਪਰ ਇਕੱਠ ਦੇਖ ਕੇ ਲੱਗ ਰਿਹਾ ਵੀ ਮੋਸਟ ਪੀਪਲ ਉਹਦੇ ਨਾਲ ਹੀ ਸੀਗੇ ਜੀ। ਹਾਂਜੀ ਜੀ। ਬਾਈ ਕੀ ਕਹਿੰਦੇ ਹੋ? ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ, ਦੀਪ ਸਿੱਧੂ ਸਾਡੇ ਵਿੱਚ ਨਹੀਂ, ਪਰ ਜਿੱਥੋਂ ਦੀਪ ਸਿੱਧੂ ਜਿਹੜੇ ਗੁਰੂ ਘਰ ਤੋਂ ਸਪੀਚ ਕਰਦੇ ਸੀ, ਜਦੋਂ ਬੋਲਦੇ ਸੀ, ਨੌਜਵਾਨ ਦਲੀਲਾਂ ਸੁਣਦੇ ਸੀ, ਪਰ ਅੱਜ ਉੱਥੇ ਹੀ ਅੰਤਿਮ ਅਰਦਾਸ ਜਿਹੜੀ ਹੈ ਕੀਤੀ ਜਾਂਦੀ। ਦੀਪ ਸਿੱਧੂ ਦਾ ਵੀਰੇ ਐਕਸੀਡੈਂਟ ਨਹੀਂ ਹੋਇਆ, ਐਕਸੀਡੈਂਟ ਬਣਵਾਇਆ ਗਿਆ ਹੈ। ਅੱਛਾ। ਲੇਕਿਨ ਇਹ ਸਰਕਾਰਾਂ ਦੀਆਂ ਸਾਜ਼ਿਸ਼ਾਂ ਸਾਰੀਆਂ। ਐਕਸੀਡੈਂਟ ਯੋਧਿਆਂ ਨੂੰ ਇਸੇ ਤਰ੍ਹਾਂ ਹੀ ਖਤਮ ਕਰਕੇ ਬਾਅਦ ਵਿੱਚ ਐਕਸੀਡੈਂਟ ਬਣਾ ਦਿੱਤੇ ਜਾਂਦੇ ਆ। ਬਾਈ ਕਿਉਂ ਲੱਗਦਾ ਕਿ ਐਕਸੀਡੈਂਟ ਹੋਇਆ ਨਹੀਂ, ਐਕਸੀਡੈਂਟ ਬਣਵਾਇਆ ਗਿਆ? ਕੁਝ ਹੋਰ ਇਸ ਦੇ ਪਿੱਛੇ ਜਿਹੜੀ ਘਟਨਾਕ੍ਰਮ ਹੈ? ਸਪੋਰਟਸ ਕਾਰਾਂ ਚਲਾਉਣ ਵਾਲਾ ਬੰਦਾ ਵੀਰੇ, ਬੰਬੇ ਸ਼ਹਿਰ ਦੇ ਵਿੱਚ, ਏਡੇ ਸ਼ਹਿਰ ਦੇ ਵਿੱਚ ਕਾਰਾਂ ਚਲਾਉਣ ਵਾਲਾ ਬੰਦਾ 8-9 ਵਜੇ, ਜੇਕਰ ਆਪਾਂ ਕੋਈ ਰਾਤ ਬਹੁਤ ਦੇਰ ਹੋ ਗਈ ਹੋਵੇ ਫਿਰ ਵੀ ਮੰਨ ਲਈਏ ਵੀ ਅੱਖ ਲੱਗ ਗਈ ਹੋਊਗੀ ਜਾਂ ਕੁਝ ਹੋ ਗਿਆ ਹੋਊਗਾ, 8-9 ਵਜੇ ਦੇ ਟਾਈਮ ਨਾਲ ਸਾਰੀ ਦੁਨੀਆ ਜਾਗਦੀ ਫਿਰਦੀ। ਉਸ ਟਾਈਮ ਕਿਸੇ ਟਾਈਮ ਵੀ ਉਹ ਇਹੋ ਜਿਹਾ ਬੰਦਾ ਸੀਗਾ, ਅੱਧੀ ਰਾਤ ਤੱਕ ਉੱਠ ਕੇ ਉੱਧਰੋਂ ਸਾਜਰੇ ਫਿਲਮਾਂ ਦਾ ਕੰਮ ਜਾਂ ਹੋਰ ਵੀ ਕਿੰਨੇ ਤਰ੍ਹਾਂ ਦੇ ਉਹਦੇ ਕੰਮ ਸੀਗੇ, ਵਕਾਲਤ ਦਾ ਕੰਮ ਕੀਤਾ। ਲੇਕਿਨ ਬਿਲਕੁਲ ਇਹ ਜਿਹਾ ਕੋਈ ਚਾਂਸ ਅਸੀਂ ਮੰਨ ਹੀ ਨਹੀਂ ਸਕਦੇ ਵੀ ਉਹਦੀ ਅੱਖ ਲੱਗੀ ਹੋਊਗੀ ਜਾਂ ਉਹ ਕਿਤੇ ਡਰਾਈਵ 'ਚ ਗਲਤ ਹੋਊਗਾ। ਸੀਟ ਬੈਲਟ ਲੱਗੀ ਹੋਣ ਦੇ ਬਾਵਜੂਦ ਵੀ ਇਹ ਤਸਵੀਰਾਂ ਤੁਸੀਂ ਦੇਖੀ ਹੋਣੇ ਵਾਇਰਲ ਹੋਈਆਂ, ਬੈਕ ਸਾਈਡ ਨੂੰ ਉਹ ਬੰਦਾ ਕਿਸੇ ਹਿਸਾਬ ਨਾਲ ਵੀ ਬੈਕ ਸਾਈਡ ਪੈ ਨਹੀਂ ਸਕਦਾ। ਉਹਦਾ ਪਿਆ ਸੀ। ਹਾਂਜੀ। ਤੇ ਮੁਲਾਕਾਤ ਹੋਈ ਦੀਪ ਦੇ ਨਾਲ? ਕਦੇ ਗੱਲਾਂ ਬਾਤਾਂ ਹੋਈਆਂ? ਨਹੀਂ, ਮੁਲਾਕਾਤ ਤਾਂ ਨਹੀਂ ਹੋਈ ਵੀਰੇ। ਅੱਛਾ। ਪਰ ਫਿਰ ਵੀ ਇੱਕ ਅਜਿਹਾ ਜਜ਼ਬਾ ਸਾਡੀ ਕੌਮ ਵਿੱਚ ਉਹ ਭਰ ਗਿਆ ਜਿਹੜਾ ਕਦੇ ਵੀ ਖਤਮ ਨਹੀਂ ਹੋ ਸਕਦਾ। ਹੈਰਾਨਗੀ ਦੇਖੋ ਕਿ ਮੁਲਾਕਾਤ ਨਹੀਂ ਹੋਈ, ਪਰ ਫਿਰ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ। ਬਾਈ ਮੁਲਾਕਾਤ ਤੁਹਾਡੀ ਹੋਈ ਨਹੀਂ ਹੈ, ਫਿਰ ਵੀ ਤੁਸੀਂ ਅੱਜ ਅੰਤਿਮ ਰਸਮਾਂ ਦੇ ਵਿੱਚ ਜਾਂ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਨਹੀਂ ਨਿਕਲੇ? ਬਸ ਇੱਕ ਕੌਮ ਨੂੰ ਇੱਕ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਈਏ ਤੇ ਗੁਰੂ ਵਾਲੇ ਬਣੀਏ। ਪਹਿਲਾਂ ਅਸੀਂ ਆਪਣੇ ਗੁਰੂ 'ਚ ਪੂਰੇ ਹੋਈਏ, ਫਿਰ ਹੀ ਅਸੀਂ ਯੋਧਿਆਂ ਦੇ ਮਗਰ ਚੱਲ ਸਕਦੇ ਹਾਂ। ਇੱਥੇ ਗੱਲਾਂ ਮਾਰ ਕੇ ਤਾਂ ਬਹੁਤ ਟਾਈਮ ਅਸੀਂ ਮੁੜ ਜਾਂਦੇ ਹਾਂ, ਝੰਡੇ ਚੱਕ ਲਏ ਵੱਡੇ, ਲੇਕਿਨ ਪਰ ਐਂ ਆ ਜਿੰਨਾ ਟਾਈਮ ਅਸੀਂ ਆਪਦੇ ਗੁਰੂ 'ਚ ਪੂਰੇ ਨਹੀਂ ਹੈ। ਇੱਥੇ 50% ਨੌਜਵਾਨੀ ਹੈ ਜੀ ਜਿਨ੍ਹਾਂ ਦੇ ਵਾਲ ਕਟਾਏ ਹੋਏ ਲੇਕਿਨ ਪਰ ਨਹੀਂ ਬੰਨੇ ਇਕੱਲੇ। ਪਹਿਲਾਂ ਅਸੀਂ ਅੰਮ੍ਰਿਤਧਾਰੀ ਹੋਈਏ। ਸੰਤਾਂ ਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਵੀ ਇਹੀ ਅਪੀਲ ਸੀ ਕਿ ਪਹਿਲਾਂ ਅਸੀਂ ਆਪਾਂ ਅੰਮ੍ਰਿਤਧਾਰੀ ਹੋਈਏ, ਗੁਰੂ ਵਾਲੇ ਬਣੀਏ, ਆਨੰਦਪੁਰ ਦੇ ਮਤੇ 'ਤੇ ਪਹਿਰਾ ਦਈਏ, ਫਿਰ ਅਸੀਂ ਜਾ ਕੇ ਆਪਣੀ ਕੌਮ ਦੀ ਗੱਲ ਕਰ ਸਕਦੇ ਹਾਂ। ਲੇਕਿਨ ਇੱਥੇ 4 ਦਿਨ ਝੰਡੇ ਚੱਕ ਕੇ ਬਾਅਦ 'ਚ ਅਸੀਂ ਭੁੱਲ ਜਾਂਦੇ ਹਾਂ ਵੀ ਕੌਣ ਸੀ। ਸੋਚ ਬਚਾਉਣੀ ਪਊਗੀ ਕਿਤੇ ਨਾ ਕਿਤੇ। ਸੋਚ ਬਚਾਉਣੀ ਪਊਗੀ। ਸਰੀਰਕ ਤੌਰ ਤੇ ਭਾਵੇਂ ਬਾਈ ਸਾਡੇ ਵਿੱਚੋਂ ਚਲਿਆ ਗਿਆ, ਲੇਕਿਨ ਨੌਜਵਾਨੀ ਨੂੰ ਇਹੋ ਜਿਹੀ ਸੋਚ ਦੇ ਗਿਆ, ਜੇਕਰ ਇਹ ਪਹਿਰਾ ਦੇ ਸਕਣ ਤਾਂ ਕੌਮ ਬਚਾਈ ਜਾ ਸਕਦੀ ਹੈ, ਨਹੀਂ ਤਾਂ ਦਿਨੋਂ ਦਿਨ
ਡਿੱਗਦੀ ਜਾ ਰਹੀ ਹੈ। ਬਿਲਕੁਲ, ਇਹ ਬਾਈ ਦੇ ਹੱਥ ਦੇ ਵਿੱਚ ਪੋਸਟਰ ਆ। ਮੈਂ ਪੜਾਉਣਾ ਚਾਹੂੰਗਾ। ਗੱਲ ਬੜੀ ਵਧੀਆ ਲਿਖੀ ਹੈ ਕਿ ਇੱਕ ਖੁੱਲਿਆ ਬੂਹਾ ਆਸ ਦਾ, ਫਿਰ ਜਿੰਦਰਾ ਵੱਜਾ, ਅੱਜ ਕਬਰ ਨੌਨੇ ਹਾਲ ਤੇ ਫਿਰ ਡਿੱਗਿਆ ਛੱਜਾ। ਉਹ ਤੇ ਉਹਨੇ ਦਾਵਾ ਕੀਤਾ ਤਖਤ ਦਾ, ਨਹੀਂ ਰਣ ਛੱਡ ਕੇ ਭੱਜਾ, ਉਹਨੂੰ ਮਾਰਿਆ ਕਿਸੇ ਡੋਗਰੇ, ਉਹ ਟਰੱਕ 'ਚ ਨਹੀਂ ਵੱਜਾ। ਉਵੇਂ ਛੱਜਾ ਹੀ ਛੱਟਿਆ ਬਾਈ। ਡੋਗਰੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਬਰ ਨੌਨੇਹਾਲ ਸਿੰਘ ਦੇ ਉੱਪਰ ਛੱਜਾ ਡਿੱਗਿਆ ਸੀ, ਉਸ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ ਕਿ ਉਸ ਦੇ ਨਾਲ ਹਾਦਸਾ ਨਹੀਂ ਹੋਇਆ, ਉਹ ਟਰੱਕ 'ਚ ਨਹੀਂ ਵੱਜਾ, ਉਸ ਨੂੰ ਕਿਸੇ ਆਪਣੇ ਨੇ ਹੀ ਗਦਾਰੀ ਦਾ ਸ਼ਿਕਾਰ ਦੀਪ ਸਿੱਧੂ ਹੋਇਆ। ਜੀ ਬਾਈ, ਮੁਰਦਿਆਂ ਦੇ ਸ਼ਹਿਰ ਵਿੱਚ ਫੇਸਬੁੱਕ ਤੇ ਅਸੀਂ ਪੜ੍ਹੀਏ, ਮੁਰਦਿਆਂ ਦੇ ਸ਼ਹਿਰ ਵਿੱਚ ਮਰਦ ਆਇਆ ਸੀ ਲੇਕਿਨ ਮੁਰਦਿਆਂ ਨੂੰ ਸਾਂਭਣ ਦੀ ਨਹੀਂ ਸੀ। ਪਹਿਲਾਂ ਉਹਨੂੰ ਗਦਾਰ ਕਹਿੰਦੇ ਰਹੇ 1.5 ਸਾਲ, ਜਦੋਂ ਉਹ ਆਪਣੀ ਕੌਮ ਦੀ ਹੱਕ ਦੀ ਗੱਲ ਕਰਦਾ ਸੀ। ਅੱਜ ਅਸੀਂ ਉਹਦੇ ਮਗਰ ਤੁਰੇ ਫਿਰਦੇ ਹਾਂ। ਇਹੀ ਸਾਡੀ ਕੌਮ ਦੀ ਤਰਾਸਦੀ ਹੈ ਵੀ ਅਸੀਂ ਪਹਿਲਾਂ ਜਿਉਂਦੇ ਬੰਦੇ ਨੂੰ ਨਹੀਂ ਸਾਂਭਦੇ, ਬਾਅਦ 'ਚ ਅਸੀਂ ਬਹੁਤ ਹਾਰ ਪਾਉਂਦੇ ਹਾਂ। ਦੀਪ ਸਿੱਧੂ ਵੀ ਅਕਸਰ ਮਿਹਣਾ ਮਾਰਦਾ ਸੀ, ਜਾਂ ਦੀਪ ਸਿੱਧੂ ਵੀ ਕਹਿੰਦਾ ਸੀ ਕਿ ਕੌਮ ਸਿਰਫ ਵਰਸੀਆਂ ਤੇ ਇਕੱਠੇ ਹੋ ਸਕਦੇ ਆ, ਕਿਤੇ ਨਾ ਕਿਤੇ ਸੱਚ ਹੁੰਦਾ ਤਾਂ ਨਹੀਂ ਲੱਗ ਰਿਹਾ ਉਹੀ ਗੱਲ? ਬਸ ਸੱਚ ਹੋ ਰਹੀ ਹੈ ਜੀ। ਜੇ ਤਾਂ ਜਵਾਨੀ ਹਜੇ ਵੀ ਸੰਭਲ ਜੂਗੀ, ਟਾਈਮ ਹੈ, ਲੇਕਿਨ ਜਿਹੜਾ ਸਮਾਂ ਆ ਰਿਹਾ ਗੌਰਮੈਂਟ ਨੇ ਸਾਨੂੰ ਖਤਮ ਕਰਨ ਦੀ ਆਪਣੀ ਇੱਕਦਮ ਧਾਰੀ ਹੋਈ ਹੈ ਵੀ ਸਿੱਖ ਕੌਮ ਨੂੰ ਖਤਮ ਕਰਨਾ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਸੀਗੇ, ਧਾਕਾਂ ਤੋਂ ਕਰੀਰਾਂ ਤੋਂ ਹਰਾ ਹੋ ਜਾ ਕਰਨਾ। ਇਹੋ ਜਿਹਾ ਖਾਲਸਾ ਪੰਥ ਮਹਾਰਾਜ ਨੇ ਸਾਜਿਆ, ਇਹ ਖਤਮ ਨਹੀਂ ਹੋ ਸਕਦਾ, ਲੇਕਿਨ ਗੌਰਮੈਂਟਾਂ ਦੀਆਂ ਸਾਜ਼ਿਸ਼ਾਂ ਬਹੁਤ ਨੇ ਖਤਮ ਕਰਨ ਵਾਲੇ। ਵੱਡੀਆਂ ਗੱਲਾਂ ਬਾਈ ਨੇ ਕਹੀਆਂ ਨੇ ਕਿ ਗੌਰਮੈਂਟ ਦੀਆਂ ਸਾਜ਼ਿਸ਼ਾਂ ਬਹੁਤ ਨੇ, ਪਰ ਦੀਪ ਸਿੱਧੂ ਦੀ ਹੁਣ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਵਿਚਕਾਰ ਮੌਜੂਦ ਨਹੀਂ, ਪਰ ਜ਼ਰੂਰਤ ਆ ਦੀਪ ਸਿੱਧੂ ਜਿਹੜੀ ਚਿੰਗ ਨੌਜਵਾਨਾਂ ਦੇ ਵਿੱਚ ਲਗਾ ਗਿਆ, ਜਿਹੜਾ ਇੱਕ ਚੰਗਿਆੜੀ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਬਾਲ ਗਿਆ। ਜ਼ਰੂਰਤ ਆ ਉਸ ਅੱਗ ਨੂੰ, ਉਸ ਸੋਚ ਨੂੰ ਸਾਂਭਣ ਦੀ, ਤਾਂ ਕਿ ਨੌਜਵਾਨ ਜਿਹੜੇ ਨੇ ਚੰਗੇ ਰਾਹੇ ਪੈ ਸਕਣ, ਨੌਜਵਾਨ ਜਿਹੜੇ ਨੇ ਇਕੱਠੇ ਹੋ ਸਕਣ। ਅਸੀਂ ਦੀਵਾਨ ਟੋਡਰਮਲ ਹਾਲ ਦੇ ਬਿਲਕੁਲ ਗੇਟ ਦੇ ਬਾਹਰ ਪਹੁੰਚ ਚੁੱਕੇ ਹਾਂ। ਇਸ ਗੇਟ ਦੇ ਅੰਦਰ ਜਿਹੜੇ ਨੇ ਦੀਪ ਸਿੱਧੂ ਦੀ ਅੰਤਿਮ ਅਰਦਾਸਾ ਜਿਹੜਾ ਕੀਤਾ ਜਾ ਰਿਹਾ, ਅੰਤਿਮ ਰਸਮਾਂ ਜਿਹੜੀਆਂ ਨੇ ਨਿਭਾਈਆਂ ਜਾ ਰਹੀਆਂ ਨੇ। ਸੰਗਤ ਦਾ ਇਕੱਠ ਤੁਸੀਂ ਦੇਖ ਸਕਦੇ ਹੋ। ਨਿਸ਼ਾਨ ਸਾਹਿਬ, ਕੇਸਰੀ ਨਿਸ਼ਾਨ, ਉਸ ਘਟਨਾ ਤੋਂ ਬਾਅਦ ਜਦੋਂ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਪਰ ਕੇਸਰੀ ਨਿਸ਼ਾਨ ਝੁਲਾਏ ਗਏ, ਉਸ ਤੋਂ ਬਾਅਦ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਅੱਜ ਵੀ ਕੇਸਰੀ ਨਿਸ਼ਾਨ ਸਾਹਿਬ ਦੇਖੇ ਜਾ ਸਕਦੇ ਨੇ। ਇਸ ਤੇ ਗੇਟ ਦੇ ਅੰਦਰ ਦੀਪ ਸਿੱਧੂ ਦੇ ਅੰਤਿਮ ਅਰਦਾਸ ਕੀਤੀ ਜਾ ਰਹੀ ਆ। ਅਗਲੀ ਅਪਡੇਟ ਲੈ ਕੇ ਤੁਹਾਡੇ ਤੱਕ ਜਲਦੀ ਪਹੁੰਚਦੇ ਆ। ਮੈਨੂੰ ਇਜਾਜ਼ਤ ਦਿਓ। ਪੰਜਾਬੀ ਲੋਕ ਚੈਨਲ ਦੇਖਦੇ ਰਹੋ। ਧੰਨਵਾਦ।